ਸ਼ਾਮ ਨੂੰ ਮੰਮੀ ਤੇ ਪਾਪਾ ਘਰ ਆ ਗਏ। ਜ਼ਿੰਦਗੀ ਫਿਰ ਪਹਿਲਾਂ ਵਾਂਗ ਚੱਲਣ ਲੱਗੀ। ਮੈਨੇਜਰ ਨਾਲ ਮੇਰੀ ਫੋਨ ਉੱਪਰ ਗੱਲ ਹੁੰਦੀ। ਉਸ ਦੇ ਬੇਟੇ ਨੂੰ ਤਕਰੀਬਨ 2 ਮਹੀਨੇ ਹਸਪਤਾਲ ਰਹਿਣਾ ਪੈਣਾ ਸੀ, ਜਿਸ ਕਾਰਨ ਮੈਨੇਜਰ ਨੂੰ ਲੰਮੀ ਛੁੱਟੀ ਲੈਣੀ ਪੈਣੀ ਸੀ। ਹੁਣ ਤਾਂ ਮੇਰਾ ਵੀ ਦਿਲ ਕਰਦਾ ਸੀ ਕਿ ਮੰਮੀ ਪਾਪਾ ਕਿਸੇ ਰਿਸ਼ਤੇਦਾਰੀ ਵਿੱਚ ਚਲੇ ਜਾਣ ਅਤੇ ਮੈਂ ਰੱਜ ਕੇ ਰਾਮੂ ਨਾਲ ਨਜ਼ਾਰੇ ਲੁੱਟਾਂ, ਪਰ ਕੋਈ ਮੌਕਾ ਨਹੀਂ ਮਿਲ ਰਿਹਾ ਸੀ। ਘਰਦਿਆਂ ਤੋਂ ਅੱਖ ਬਚਾ ਕੇ ਰਾਮੂ ਨੇ ਕਈ ਵਾਰ ਮੈਨੂੰ ਕੰਧ ਨਾਲ ਲਾ ਕੇ ਮੇਰੇ ਅੰਬ ਮਸਲੇ ਤੇ ਬੁੱਲ੍ਹ ਚੂਸੇ। ਰਾਮੂ ਮੈਨੂੰ ਮਸਲ ਕੇ ਮੇਰੀ ਅੱਗ ਹੋਰ ਭੜਕਾ ਦਿੰਦਾ। 1 ਮਹੀਨਾ ਇਸ ਤਰ੍ਹਾਂ ਹੀ ਲੰਘ ਗਿਆ। ਇੱਕ ਦਿਨ ਪਾਪਾ ਦੇ ਦੋਸਤ ਰਾਵਤ ਅੰਕਲ ਆਪਣੇ ਸਾਰੇ ਪਰਿਵਾਰ ਨਾਲ ਸਾਡੇ ਘਰ ਆਏ। ਰਾਵਤ ਅੰਕਲ ਦੇ ਨਾਲ ਉਹਨਾਂ ਦੀ ਪਤਨੀ ਅਤੇ ਬੇਟੀ ਸਨ। ਅੰਕਲ ਦਾ ਪਿਛਲਾ ਪਿੰਡ ਰਾਜਸਥਾਨ ਵਿੱਚ ਹੈ ਅਤੇ ਬਹੁਤ ਸਮੇਂ ਤੋਂ ਪੰਜਾਬ ਰਹਿ ਰਹੇ ਸਨ। ਹੁਣ ਰਾਵਤ ਅੰਕਲ ਦੀ ਭਤੀਜੀ ਦਾ ਵਿਆਹ ਸੀ। ਉਹ ਸਾਡੇ ਪਰਿਵਾਰ ਨੂੰ ਵਿਆਹ ਦਾ ਸੱਦਾ ਦੇਣ ਆਏ ਸੀ, ਪਰ ਪਾਪਾ ਨੇ ਤਾਂ ਜਾਣ ਦੀ ਮਜਬੂਰੀ ਜ਼ਾਹਰ ਕੀਤੀ ਕਿ ਸਾਡੇ ਤਾਂ ਘਰੇ ਸਰਦਾ ਨਹੀਂ। ਮੰਮੀ ਨੇ ਵੀ ਕਿਹਾ ਅਸੀਂ ਤਾਂ ਨਹੀਂ ਜਾ ਸਕਦੇ, ਪਰ ਅਮਨ ਨੂੰ ਭੇਜ ਦੇਵਾਂਗੇ। ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਅਤੇ ਸ਼ਾਮ ਨੂੰ ਉਹ ਜਾਣ ਲੱਗੇ। ਆਂਟੀ ਨੇ ਮੈਨੂੰ ਕਿਹਾ, ਅਮਨ ਤਿਆਰੀ ਕਰ ਲਓ ਬੇਟਾ, ਸੋਮਵਾਰ ਨੂੰ ਚੱਲਣਾ ਆਪਾਂ ਨੂੰ 8-10 ਦਿਨ ਲੱਗ ਜਾਣੇ ਹਨ। ਮੈਂ ਖੁਸ਼ੀ ਹਾਮੀ ਭਰ ਦਿੱਤੀ। ਸ਼ੁੱਕਰਵਾਰ ਨੂੰ ਮੈਂ ਤੇ ਮੰਮੀ ਨੇ ਸ਼ਹਿਰ ਜਾ ਕੇ ਸ਼ਾਪਿੰਗ ਕੀਤੀ, ਕੁਝ ਨਵੇਂ ਸੂਟ ਸਵਾਏ। ਐਤਵਾਰ ਸਵੇਰੇ ਮੈਂ ਪਾਰਲਰ ਉੱਪਰ ਜਾ ਕੇ ਆਪਣੀ ਸਾਰੇ ਸਰੀਰ ਦੀ ਵੈਕਸ ਕਰਵਾਈ। ਸੋਮਵਾਰ ਸਵੇਰੇ 7 ਵਜੇ ਪਾਪਾ ਨੂੰ ਰਾਵਤ ਅੰਕਲ ਦਾ ਫੋਨ ਆ ਗਿਆ ਕਿ ਅਸੀਂ 1 ਘੰਟੇ ਤੱਕ ਅਮਨ ਨੂੰ ਲੈਣ ਆ ਰਹੇ ਹਾਂ। ਮੈਂ ਜਲਦੀ ਨਾਲ ਤਿਆਰ ਹੋਈ, ਕਿਉਂਕਿ ਨਾਲ ਜਾਣ ਵਾਲੇ ਕੱਪੜੇ ਮੈਂ ਰਾਤ ਨੂੰ ਹੀ ਪੈਕ ਕਰਕੇ ਬੈਗ ਵਿੱਚ ਰੱਖ ਲਏ ਸਨ। 7:15 ਵਜੇ ਅੰਕਲ ਆਪਣੀ ਗੱਡੀ 'ਤੇ ਸਾਡੇ ਘਰ ਆ ਗਏ। ਅੰਕਲ ਦੇ ਨਾਲ ਆਂਟੀ, ਉਹਨਾਂ ਦੀ ਬੇਟੀ ਸੀਮਾ ਤੇ ਮੈਂ ਸਾਡੇ ਘਰ ਤੋਂ ਰਾਜਸਥਾਨ ਵੱਲ ਰਵਾਨਾ ਹੋ ਗਏ। ਕਾਫੀ ਲੰਬਾ ਸਫ਼ਰ ਸੀ। ਰਸਤੇ ਵਿੱਚ ਹੀ ਅਸੀਂ ਇੱਕ ਢਾਬੇ ਉੱਪਰ ਦੁਪਹਿਰ ਦਾ ਖਾਣਾ ਖਾਧਾ। ਖਾਣਾ ਖਾ ਕੇ ਦੁਬਾਰਾ ਫਿਰ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। ਸਾਰਾ ਦਿਨ ਸਫ਼ਰ ਕਰਕੇ ਅਸੀਂ ਸ਼ਾਮ ਨੂੰ ਰਾਵਤ ਅੰਕਲ ਦੇ ਪਿੰਡ ਪਹੁੰਚ ਗਏ। ਇਹ ਰਾਜਸਥਾਨ ਦਾ ਇੱਕ ਬਹੁਤ ਸੋਹਣਾ ਪਿੰਡ ਸੀ। ਅਸੀਂ ਸ਼ਾਮ ਨੂੰ 7 ਵਜੇ ਦੇ ਕਰੀਬ ਉੱਥੇ ਪਹੁੰਚੇ। ਘਰ ਪਿੰਡ ਤੋਂ ਥੋੜ੍ਹਾ ਪਾਸੇ ਖੇਤਾਂ ਵਿੱਚ ਸੀ ਅਤੇ ਘਰ ਦੇ ਬਾਹਰ ਇੱਕ ਬਹੁਤ ਵੱਡਾ ਟੈਂਟ ਲੱਗਿਆ ਹੋਇਆ ਸੀ, ਜਿਸ ਨੂੰ ਰੰਗ-ਬਰੰਗੀਆਂ ਝੰਡੀਆਂ ਅਤੇ ਬਿਜਲੀ ਦੀਆਂ ਲਾਈਟਾਂ ਨਾਲ ਸਜਾਇਆ ਹੋਇਆ ਸੀ। ਖੂਬ ਚਹਿਲ-ਪਹਿਲ ਵਾਲਾ ਮਾਹੌਲ ਸੀ। ਜਦੋਂ ਸਾਡੀ ਗੱਡੀ ਉੱਥੇ ਪਹੁੰਚੀ ਤਾਂ ਬਹੁਤ ਸਾਰੇ ਬੱਚੇ ਸਾਡੀ ਗੱਡੀ ਦੇ ਆਲੇ-ਦੁਆਲੇ ਘੁੰਮਣ ਲੱਗੇ। ਅਸੀਂ ਸਾਰੇ ਗੱਡੀ ਵਿੱਚੋਂ ਨਿਕਲੇ ਅਤੇ ਅੰਦਰ ਚਲੇ ਗਏ। ਅੰਦਰ ਟੈਂਟ ਵਿੱਚ ਰਾਵਤ ਅੰਕਲ ਦਾ ਭਰਾ ਜੈਪਾਲ ਬੈਠਾ ਸੀ, ਜਿਸ ਦੀ ਲੜਕੀ ਦਾ ਵਿਆਹ ਸੀ। ਜੈਪਾਲ ਨਾਲ ਹੀ ਪਿੰਡ ਦੇ ਕੁਝ ਹੋਰ ਬੰਦੇ ਵੀ ਬੈਠੇ ਸਨ। ਸਾਨੂੰ ਦੇਖਦੇ ਹੀ ਜੈਪਾਲ ਜੀ ਖੜ੍ਹੇ ਹੋ ਗਏ। ਉਹਨਾਂ ਦੇ ਨਾਲ ਦੇ ਬੰਦੇ ਵੀ ਉੱਠ ਖੜ੍ਹੇ ਅਤੇ ਰਾਵਤ ਅੰਕਲ ਨੂੰ ਗਲੇ ਮਿਲੇ। ਸਾਰਿਆਂ ਨੂੰ ਮਿਲ ਕੇ ਸਾਡਾ ਸਵਾਗਤ ਕੀਤਾ। ਰਾਵਤ ਅੰਕਲ ਨੇ ਆਪਣੇ ਭਰਾ ਨਾਲ ਮੇਰੀ ਜਾਣ-ਪਛਾਣ ਕਰਵਾਈ ਕਿ ਇਹ ਅਮਨ ਹੈ, ਹਰਦੀਪ ਸਿੰਘ ਦੀ ਬੇਟੀ। ਅੰਕਲ ਜੈਪਾਲ ਨੇ ਮੈਨੂੰ ਸੀਨੇ ਨਾਲ ਲਾ ਲਿਆ ਅਤੇ ਸਾਰੇ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਮੇਰੇ ਤੋਂ ਬਾਅਦ ਜੈਪਾਲ ਆਪਣੇ ਭਰਾ ਰਾਵਤ ਅੰਕਲ ਨਾਲ ਕੁਝ ਗੱਲਾਂ ਕਰਨ ਲੱਗੇ ਤੇ ਮੈਂ ਆਸੇ-ਪਾਸੇ ਖੜ੍ਹੇ ਲੋਕਾਂ ਦੇ ਚਿਹਰਿਆਂ 'ਤੇ ਇੱਕ ਨਜ਼ਰ ਮਾਰੀ, ਜਿਨ੍ਹਾਂ ਵਿੱਚ ਕੁਝ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖ ਰਹੇ ਸਨ। ਕੁਝ ਮੇਰੇ ਅੰਬਾਂ ਨੂੰ ਘੂਰ ਰਹੇ ਸਨ। ਦੇਖਣ ਵਿੱਚ ਤਾਂ ਸਾਰੇ ਦਿਹਾਤੀ ਜਾਪਦੇ ਸਨ। ਮੈਂ ਉਹਨਾਂ ਦੇ ਕੱਪੜਿਆਂ ਵੱਲ ਨਜ਼ਰ ਮਾਰੀ। ਜ਼ਿਆਦਾਤਰ ਦੇ ਚਿੱਟੇ ਕੁੜਤੇ, ਲੁੰਗੀ ਅਤੇ ਸਿਰ 'ਤੇ ਰੰਗ-ਬਰੰਗੀਆਂ ਪਗੜੀਆਂ ਸਨ। ਸਭ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਸਨ। ਕੁਝ ਕੁ ਨੇ ਦਾੜ੍ਹੀ ਰੱਖੀ ਹੋਈ ਸੀ। ਇੰਨੇ ਨੂੰ ਜੈਪਾਲ ਅੰਕਲ ਦੀ ਆਵਾਜ਼ ਸੁਣਾਈ ਦਿੱਤੀ ਕਿ ਚਲੋ ਅੰਦਰ ਚੱਲ ਕੇ ਚਾਹ ਪੀ ਲਓ। ਮੈਂ ਅੰਕਲ ਆਂਟੀ ਹੋਰਾਂ ਨਾਲ ਅੰਦਰ ਜਾਣ ਲੱਗੀ ਤਾਂ ਮੇਰੀ ਨਜ਼ਰ ਜੈਪਾਲ ਅੰਕਲ ਦੇ ਪਿੱਛੇ ਖੜ੍ਹੇ ਇੱਕ ਬੰਦੇ ਨਾਲ ਟਕਰਾਈ। ਮੈਂ ਉਸ ਦਿਨ ਅੱਖਾਂ ਵਿੱਚ ਦੇਖਿਆ ਤਾਂ ਮੇਰੀਆਂ ਅੱਖਾਂ ਵਿੱਚ ਵੀ ਚਮਕ ਆ ਗਈ। ਅਚਾਨਕ ਉਹਦੇ ਬੁੱਲ੍ਹਾਂ 'ਤੇ ਇੱਕ ਮੁਸਕਾਨ ਆ ਗਈ। ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ। ਸਾਡੇ ਵਿੱਚ ਕੋਈ ਗੱਲ ਜਾਂ ਕੋਈ ਇਸ਼ਾਰਾ ਨਹੀਂ ਹੋਇਆ, ਪਰ ਫਿਰ ਵੀ ਲੱਗਿਆ ਕਿ ਜਿਵੇਂ ਸਾਡਾ ਕੋਈ ਸੁਨੇਹਾ ਇੱਕ ਦੂਜੇ ਤੱਕ ਪਹੁੰਚ ਗਿਆ ਹੋਵੇ। ਅਸੀਂ ਸਾਰੇ ਉਹਨਾਂ ਦੇ ਵੱਡੇ ਸਾਰੇ ਘਰ ਦੇ ਅੰਦਰ ਚਲੇ ਗਏ। ਰਾਵਤ ਅੰਕਲ ਸਾਨੂੰ ਅੰਦਰ ਛੱਡ ਕੇ ਬਾਹਰ ਨਿਕਲ ਗਏ। ਮੈਂ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨਾਲ ਮਿਲਣ ਲੱਗੀ। ਸੀਮਾ ਨੇ ਮੈਨੂੰ ਆਪਣੇ ਤਾਏ ਦੀ ਲੜਕੀ ਦੇ ਨਾਲ ਮਿਲਾਇਆ, ਜਿਸ ਦਾ 3 ਦਿਨਾਂ ਨੂੰ ਵਿਆਹ ਸੀ। ਉਸਦਾ ਨਾਮ ਕਵਿਤਾ ਸੀ ਅਤੇ ਉਹ ਹੁਣ ਜਲਦੀ ਹੀ ਮੇਰੇ ਨਾਲ ਘੁਲ-ਮਿਲ ਗਈ। ਰਾਤ ਦੀ ਰੋਟੀ ਕਵਿਤਾ ਨੇ ਮੇਰੇ ਨਾਲ ਹੀ ਖਾਧੀ। ਹਰ ਵੇਲੇ ਅਮਨ ਦੀਦੀ ਕਰਕੇ ਮੈਨੂੰ ਆਪਣੇ ਨਾਲ ਹੀ ਰੱਖਦੀ। ਕਵਿਤਾ ਦੀ ਮੰਮੀ, ਜਿਨ੍ਹਾਂ ਨੂੰ ਮੈਂ ਸੀਮਾ ਦੀ ਰੀਸ ਨਾਲ ਤਾਈ ਜੀ ਕਹਿੰਦੀ ਸੀ, ਉਹਨਾਂ ਨੇ ਬਿਲਕੁਲ ਆਪਣੀ ਧੀ ਵਾਂਗ ਮੈਨੂੰ ਪਿਆਰ ਦਿੱਤਾ ਅਤੇ ਦਾਜ ਦਾ ਸਾਰਾ ਸਮਾਨ ਦਿਖਾਇਆ। ਵਿਆਹ ਦੇ ਸਾਰੇ ਸ਼ਗਨਾਂ ਅਤੇ ਰਸਮਾਂ ਵਿੱਚ ਮੈਨੂੰ ਆਪਣੀ ਧੀ ਵਾਂਗੂ ਹੀ ਨਾਲ ਰੱਖਿਆ। ਰਾਤ ਨੂੰ ਸੌਂਦਿਆਂ ਕਰਦਿਆਂ 12 ਵੱਜ ਗਏ। ਜਦ ਮੈਂ ਸੀਮਾ ਅਤੇ ਆਂਟੀ ਕੋਲ ਸੌਣ ਲੱਗੀ ਤਾਂ ਕਵਿਤਾ ਨੇ ਮੈਨੂੰ ਆਪਣੇ ਕੋਲ ਪੈਣ ਲਈ ਕਿਹਾ। ਮੈਂ ਆਂਟੀ ਨੂੰ ਪੁੱਛ ਕੇ ਕਵਿਤਾ ਦੇ ਨਾਲ ਚਲੀ ਗਈ। ਕਵਿਤਾ ਦਾ ਬਿਸਤਰਾ ਇੱਕ ਸਟੋਰ ਵਿੱਚ ਹੇਠਾਂ ਹੀ ਗਧੇਲੇ ਸਿੱਟ ਕੇ ਲਗਾਇਆ ਹੋਇਆ ਸੀ। ਮੈਂ ਸੂਟ ਬਦਲਣ ਲਈ ਕਿਹਾ ਤਾਂ ਕਵਿਤਾ ਨੇ ਮੈਨੂੰ ਇੱਕ ਕੈਪਰੀ ਅਤੇ ਟੀ-ਸ਼ਰਟ ਦਿੱਤੀ ਅਤੇ ਆਖਿਆ, ਦੀਦੀ ਇਹ ਪਹਿਨ ਲਓ, ਸਟੋਰ ਵਿੱਚ ਕਿਹੜਾ ਕੋਈ ਆਉਂਦਾ ਹੈ। ਮੈਂ ਕੱਪੜੇ ਬਦਲ ਕੇ ਬਿਸਤਰ ਉੱਤੇ ਲੇਟ ਗਈ ਅਤੇ ਕਵਿਤਾ ਮੇਰੇ ਨਾਲ ਚਿੰਬੜ ਕੇ ਪੈ ਗਈ। ਸਵੇਰ ਦੇ ਸਫ਼ਰ ਵਿੱਚ ਥੱਕੀ ਹੋਣ ਕਰਕੇ ਮੈਨੂੰ ਜਲਦੀ ਨੀਂਦ ਆ ਗਈ, ਪਰ ਥੋੜ੍ਹੀ ਦੇਰ ਬਾਅਦ ਹੀ ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਅੰਗਾਂ ਨਾਲ ਛੇੜਛਾੜ ਕਰ ਰਿਹਾ ਹੈ।
ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤੇ ਮੈਨੂੰ ਝਟਕਾ ਲੱਗਾ। ਕਵਿਤਾ ਮੇਰੇ ਅੰਬ ਚੂਸ ਰਹੀ ਸੀ। ਮੈਂ ਹੌਲੀ ਆਵਾਜ਼ ਵਿੱਚ ਕਿਹਾ, ਪਾਗਲ, ਇਹ ਕੀ ਕਰ ਰਹੀ ਹੈ? ਕਵਿਤਾ ਹੜਬੜਾ ਕੇ ਬੋਲੀ, ਸੌਰੀ ਦੀਦੀ, ਜ਼ਿਆਦਾ ਹੀ ਅੱਗ ਲੱਗੀ ਲੱਗਦੀ ਆ। ਮੈਂ ਪੁੱਛਿਆ ਤਾਂ ਕਵਿਤਾ ਦੱਸਣ ਲੱਗੀ ਕਿ ਦੀਦੀ, ਜਦੋਂ ਮੈਂ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ ਉਦੋਂ ਤੋਂ ਮੈਨੂੰ ਲੈਸਬੀਅਨ ਦਾ ਸਵਾਦ ਪਿਆ ਹੋਇਆ ਏ। ਪਰ ਕਾਲਜ ਛੱਡਣ ਤੋਂ ਬਾਅਦ ਕਦੇ ਕਿਸੇ ਨਾਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਅੱਜ ਜਦ ਤੁਸੀਂ ਆਏ ਹੋ ਤਾਂ ਮੈਂ ਸੀਮਾ ਤੋਂ ਤੁਹਾਡੇ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਤੁਹਾਡਾ ਤਲਾਕ ਹੋ ਚੁੱਕਾ ਹੈ। ਤੁਹਾਡਾ ਫਿਗਰ ਦੇਖ ਕੇ ਮੈਂ ਸੋਚਿਆ ਤੁਸੀਂ ਮੇਰੇ ਕੰਮ ਦੇ ਹੋ। ਕਵਿਤਾ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ। ਕਵਿਤਾ ਨਾਲ ਮੈਨੂੰ ਮਸਲ ਰਹੀ ਸੀ। ਕਵਿਤਾ ਮੇਰੇ ਤੋਂ 4 ਸਾਲ ਛੋਟੀ ਸੀ। ਸਰੀਰ ਸ਼ਾਟਵਾਂ ਤੇ ਲਚਕਦਾਰ ਸੀ। ਮੈਨੂੰ ਪਤਾ ਹੀ ਨਹੀਂ ਕੀ ਹੋਇਆ, ਮੈਂ ਕਵਿਤਾ ਨੂੰ ਆਪਣੇ ਨਾਲ ਘੁੱਟ ਲਿਆ ਤੇ ਅੱਖਾਂ ਬੰਦ ਕਰ ਲਈਆਂ। ਹੁਣ ਕਵਿਤਾ ਨੂੰ ਕੋਈ ਰੋਕ ਟੋਕ ਨਹੀਂ ਸੀ। ਉਸਨੇ ਮੇਰੇ ਉੱਪਰ ਲੇਟ ਕੇ ਮੈਨੂੰ ਚੂਸਣਾ ਸ਼ੁਰੂ ਕਰ ਦਿੱਤਾ। ਮੇਰੀ ਗੁਫਾ ਪਾਣੀ ਛੱਡਣ ਲੱਗੀ। ਹੁਣ ਮੇਰੇ ਤੇ ਕਵਿਤਾ ਵਿੱਚ ਕੋਈ ਪਰਦਾ ਨਹੀਂ ਸੀ। ਅਸੀਂ ਦੋਵੇਂ ਹੀ ਨੰਗੀਆਂ ਹੋ ਕੇ ਆਪਣੀ ਆਪਣੀ ਅੱਗ ਠੰਡੀ ਕਰ ਰਹੀਆਂ ਸੀ। ਉਸਨੇ ਮੇਰੀ ਗੁਫਾ ਨੂੰ ਚੌੜੀ ਕਰਕੇ ਆਪਣੇ ਬੁੱਲ੍ਹਾਂ ਨਾਲ ਚੁੰਮਿਆ ਤੇ ਮਸਤ ਹੋ ਗਈ। ਕਵਿਤਾ ਬਿਨਾਂ ਰੁਕੇ ਮੇਰਾ ਦਾਣਾ ਚੂਸ ਰਹੀ ਸੀ। ਕਦੀ ਉਹ ਦੰਦਾਂ ਨਾਲ ਫੜ ਕੇ ਖਿੱਚਦੀ ਅਤੇ ਕਦੀ ਜੀਭ ਦੀ ਨੋਕ ਬਣਾ ਕੇ ਚਬਾਉਂਦੀ। ਕੁਝ ਦੇਰ ਚੂਸਣ ਤੋਂ ਬਾਅਦ ਉਹ ਕਹਿੰਦੀ, ਦੀਦੀ 69 ਕਰਦੇ ਆ। ਇੰਨਾ ਕਹਿ ਕੇ ਕਵਿਤਾ ਨੇ ਆਪਣੀ ਗੁਫਾ ਮੇਰੇ ਮੂੰਹ ਉੱਪਰ ਰੱਖ ਦਿੱਤੀ। ਮੈਂ ਗੰਨੇ ਤਾਂ ਬਹੁਤ ਵਾਰ ਚੂਸੇ ਹਨ, ਪਰ ਅੱਜ ਪਹਿਲੀ ਵਾਰ ਗੁਫਾ ਚੂਸ ਰਹੀ ਸੀ। ਥੋੜ੍ਹੀ ਦੇਰ ਬਾਅਦ ਅਸੀਂ ਦੋਵੇਂ ਝੜ ਗਈਆਂ। ਮੇਰੇ ਲਈ ਇਹ ਇੱਕ ਨਵਾਂ ਤਜਰਬਾ ਸੀ। ਅਸੀਂ ਦੋਵੇਂ ਮੂੰਗੀਆਂ ਹੀ ਜੱਫੀ ਪਾ ਕੇ ਪੈ ਗਈਆਂ। ਅਚਾਨਕ ਕਵਿਤਾ ਨੇ ਪੁੱਛਿਆ, ਸੱਚ ਦੱਸਣਾ ਅਮਨ ਦੀਦੀ, ਪਤੀ ਦੇਵ ਤੋਂ ਬਿਨਾਂ ਕਿੰਨੇ ਘੋੜਿਆਂ ਦੀ ਸਵਾਰੀ ਕੀਤੀ ਆ? ਮੈਂ ਬੁੱਲ੍ਹਾਂ ਵਿੱਚ ਹੱਸਦੀ ਨੇ ਕਿਹਾ, ਤੈਨੂੰ ਲੱਗਦਾ ਮੈਂ ਇੱਦਾਂ ਦੀ ਹਾਂ? ਕਵਿਤਾ ਮੇਰੀ ਗੁਫਾ 'ਤੇ ਹੱਥ ਫੇਰਦੀ ਬੋਲੀ, ਨਹੀਂ ਦੀਦੀ, ਤੁਹਾਡੇ ਅੰਦਰ ਜਿੰਨਾ ਉਤਸ਼ਾਹ ਹੈ ਉਸਦੇ ਮੁਤਾਬਕ ਤਾਂ ਤੁਹਾਡੇ ਲਈ ਤਕੜਾ ਘੋੜਾ ਚਾਹੀਦਾ ਹੈ। ਦੱਸੋ ਨਾ ਯਾਰ, ਕਿੰਨੇ ਘੋੜੇ ਚੜ੍ਹੇ ਮੇਰੀ ਘੋੜੀ ਉੱਪਰ? ਕਵਿਤਾ ਨੇ 2 ਉਂਗਲਾਂ ਮੇਰੀ ਗੁਫਾ ਵਿੱਚ ਧੱਕ ਦਿੱਤੀਆਂ। ਮੇਰੀ ਸਿਸਕ ਕੇ ਬੋਲੀ, ਯਾਰ ਇਹ ਪੁੱਛਣਾ ਜ਼ਰੂਰੀ ਆ? ਉਹ ਕੁਝ ਨਹੀਂ ਬੋਲੀ, ਸਗੋਂ ਜ਼ੋਰ-ਜ਼ੋਰ ਨਾਲ ਉਂਗਲਾਂ ਅੱਗੇ ਪਿੱਛੇ ਕਰਨ ਲੱਗੀ। ਮੈਂ ਮਸਤੀ ਵਿੱਚ ਪਾਗਲ ਹੋ ਗਈ। ਕਵਿਤਾ ਬੋਲੀ, ਦੱਸ ਦਿਓ ਦੀਦੀ, ਜੀਜੂ ਤੋਂ ਬਿਨਾਂ ਕਿੰਨੇ ਗੰਨੇ ਵੜੇ ਆ ਇਸ ਵਿੱਚ? ਪਤਾ ਨਹੀਂ, ਮਸਤੀ ਵਿੱਚ ਮੇਰੇ ਮੂੰਹ ਵਿੱਚੋਂ 2 ਨਿਕਲ ਗਿਆ। ਕਵਿਤਾ ਨੇ ਉਂਗਲਾਂ ਦੀ ਸਪੀਡ ਹੋਰ ਤੇਜ਼ ਕਰਦੀ ਨੇ ਪੁੱਛਿਆ, ਮੇਰੀ ਘੋੜੀ